ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸੰਗਤਾਂ ਦੇ ਨਾਲ ਦਾਸ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਜੀਵਨ ਸਾਂਝਾ ਕਰੇਗਾ। ਤੇ ਮਹਾਂਪੁਰਖਾਂ ਨੇ ਜਦ ਪਹਿਲੀ ਵਾਰ ਵਿਸ਼ੇਸ਼ ਤੌਰ 'ਤੇ ਸਿਮਰਨ ਅਭਿਆਸ ਕੀਤਾ ਤੇ ਟਕਸਾਲ ਵਿੱਚ ਸ਼ਾਮਲ ਹੋਣ ਦੀ ਮਹਾਂਪੁਰਖਾਂ ਦੀ ਗਾਥਾ ਆਪ ਜੀਆਂ ਦੇ ਨਾਲ ਸਾਂਝੀ ਕਰੇਗਾ। ਸੰਨ 1963 ਵਿੱਚ ਜਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 1 ਮਹੀਨੇ ਲਈ ਰੋਡੇ ਨਗਰ ਵਿਖੇ ਕੀਰਤਨ ਕਥਾ ਦਾ ਪ੍ਰਵਾਹ ਰੱਖਿਆ ਸੀ। ਉਹਨਾਂ ਮਹਾਂਪੁਰਖਾਂ ਦੀ ਕਰਨੀ ਕਮਾਈ ਰਹਿਤ ਮਰਿਆਦਾ ਦੀ ਪ੍ਰਪੱਕਤਾ, ਸੱਚ ਅਤੇ ਸੋਚ ਦਾ ਪਹਿਰਾ, ਗੁਰਮਤਿ ਵਿਦਿਆ ਦੇ ਭੰਡਾਰ ਅਤੇ ਕਲਗੀਧਰ ਪਾਤਸ਼ਾਹ ਦੀ ਵਿਸ਼ੇਸ਼ ਕਿਰਪਾ ਕਾਰਨ ਉਹਨਾਂ ਦੇ ਬਚਨਾਂ ਵਿੱਚ ਐਸੀ ਮਨ ਨੂੰ ਖਿੱਚਣ ਵਾਲੀ ਸ਼ਕਤੀ ਸੀ ਕਿ ਕਥਾ ਕਰਦੇ ਸਮੇਂ ਉਹ ਸਰੋਤਿਆਂ ਦੇ ਮਨ ਨੂੰ ਕੀਲ ਲਿਆ ਕਰਦੇ ਸਨ। ਸੰਗਤ ਇਕਾਗਰਚਿਤ ਕਥਾ ਵਿੱਚ ਇੰਨੀ ਮਗਨ ਹੋ ਜਾਂਦੀ ਕਿ ਉਹਨਾਂ ਨੂੰ ਦੁਨੀਆ ਦੀ ਸੁੱਧ ਬੁੱਧ ਹੀ ਭੁੱਲ ਜਿਆ ਕਰਦੀ ਸੀ। ਕਥਾ ਸੁਣਦਿਆਂ ਭਾਈ ਜਰਨੈਲ ਸਿੰਘ ਦੇ ਮਨ 'ਤੇ ਵੀ ਅਜਿਹਾ ਅਸਰ ਹੋਇਆ ਕਿ ਵਿਸ਼ੇਸ਼ ਤੌਰ 'ਤੇ ਸਿਮਰਨ ਅਭਿਆਸ ਕਰਨਾ ਚਾਹੀਦਾ ਹੈ। ਇਸੇ ਹੀ ਸਾਲ ਕਣਕ ਦੀ ਬਿਜਾਈ ਤੋਂ ਬਾਅਦ ਉਹਨਾਂ ਨੇ ਘਰਦਿਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਸੰਤ ਬਾਬਾ ਕਿਰਪਾਲ ਸਿੰਘ ਜੀ ਵਾਲੇ ਗੁਰਦੁਆਰੇ ਵਿਸ਼ੇਸ਼ ਸਿਮਰਨ ਕਰਨ ਦਾ ਮਨ ਬਣਾਇਆ। ਉਹ ਸਵੇਰੇ ਅੰਮ੍ਰਿਤ ਵੇਲੇ ਹੀ ਲਗਭਗ 2 ਵਜੇ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਚਲੇ ਜਾਂਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੀ ਉੱਪਰਲੀ ਮੰਜ਼ਿਲ 'ਤੇ ਜਾ ਕੇ ਵਾਹਿਗੁਰੂ ਮੰਤਰ ਅਤੇ ਮੂਲ ਮੰਤਰ 1 ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਦਾ ਜਾਪ ਕਰਦੇ। ਉਹ 15-16 ਘੰਟੇ ਦੇ ਜਾਪ ਦੌਰਾਨ ਕਿਸੇ ਨਾਲ ਵੀ ਗੱਲਬਾਤ ਨਹੀਂ ਸੀ ਕਰਦੇ ਅਤੇ ਰਾਤ ਦੇਰ ਗਏ ਘਰ ਵਾਪਸ ਆ ਜਾਇਆ ਕਰਦੇ ਸਨ। ਦਿਨ ਵਿੱਚ ਕੇਵਲ ਇੱਕੋ ਵਾਰ ਪ੍ਰਸ਼ਾਦਾ ਛਕਦੇ। ਇਸ ਤਰ੍ਹਾਂ ਉਹਨਾਂ ਨੇ 42 ਦਿਨ ਦਾ ਇਹ ਅਭਿਆਸ ਪੂਰਾ ਕੀਤਾ। ਉਸ ਸਮੇਂ ਉਹਨਾਂ ਦੀ ਉਮਰ 16 ਸਾਲ ਦੀ ਸੀ। ਜਿੱਥੇ ਨਾਮ ਸਿਮਰਨ ਅਭਿਆਸ ਦੀ ਆਰੰਭਤਾ ਕੀਤੀ ਗਈ, ਇਸ ਅਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੀ ਸ਼ੋਭ ਪ੍ਰਾਪਤ ਹੈ। ਇਸ ਤੋਂ ਅੱਗੇ ਸਤਿਗੁਰਾਂ ਜੀ ਨੇ ਇਸ ਸਿਮਰਨ ਅਭਿਆਸ ਦੀ ਐਸੀ ਕਿਰਪਾ ਕੀਤੀ ਜਿਸ ਦੁਆਰਾ ਆਤਮ ਰੰਗ ਵਿੱਚ ਮਹਾਂਪੁਰਖ ਉਸ ਸਮੇਂ ਤੋਂ ਰੰਗੇ ਗਏ। ਤੇ ਹੁਣ ਆਪ ਸੰਗਤਾਂ ਦੇ ਨਾਲ ਮਹਾਂਪੁਰਖਾਂ ਦੀ ਟਕਸਾਲ ਵਿੱਚ ਸ਼ਾਮਲ ਹੋਣ ਦੀ ਗਾਥਾ ਸਾਂਝੀ ਕਰਾਂਗੇ। ਸੰਨ 1965 ਵਿੱਚ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹਰ ਸਾਲ ਦੀ ਤਰ੍ਹਾਂ ਰੋਡੇ ਨਗਰ ਵਿੱਚ 1 ਮਹੀਨੇ ਦੇ ਦੀਵਾਨ ਸਜਾਉਣ ਲਈ ਪਹੁੰਚੇ ਤਾਂ ਹਮੇਸ਼ਾ ਵਾਂਗ ਹੀ ਨਗਰ ਦੀਆਂ ਸਿੱਖ ਸੰਗਤਾਂ ਨੇ ਜਥੇ ਦੇ ਆਉਣ ਦੀ ਤਿਆਰੀ ਵਿੱਚ ਨਗਰ ਦੀ ਸਫਾਈ ਅਤੇ ਜਥੇ ਦੇ ਸਿੰਘਾਂ ਦੇ ਰਹਿਣ ਦਾ ਪ੍ਰਬੰਧ ਬੜੇ ਚਾਅ ਦੇ ਨਾਲ ਕੀਤਾ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਥੇ ਦੇ ਨਗਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜਥੇ ਦੇ ਲੰਗਰ ਦਾ ਸਮਾਂ ਨਿਯਤ ਹੋ ਜਾਂਦਾ ਸੀ ਕਿ ਕਿਹੜੇ ਘਰ ਵਿੱਚ ਜਥੇ ਨੇ ਸਵੇਰ ਦਾ ਪ੍ਰਸ਼ਾਦਾ ਛਕਣਾ ਹੈ ਅਤੇ ਕਿਹੜੇ ਘਰ ਵਿੱਚ ਸ਼ਾਮ ਦਾ। ਲੰਗਰ ਵਿੱਚ ਆਮ ਪ੍ਰਚਲਿਤ ਨਿਯਮ ਅਨੁਸਾਰ ਜਥੇ ਦੇ ਛਕਣ ਲਈ ਖੀਰ, ਮਾਲ ਪੂੜੇ ਜਾਂ ਜੋ ਜਥੇ ਦੇ ਸਿੰਘਾਂ ਦੀ ਇੱਛਾ ਹੁੰਦੀ, ਕਈ ਵਾਰ ਸਰੋਂ ਦਾ ਸਾਗ, ਮੱਕੀ ਦੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਅਤੇ ਕਦੇ-ਕਦੇ ਪੱਕੇ ਭੰਡਾਰੇ ਦੇ ਰੂਪ ਵਿੱਚ ਜਲੇਬੀਆਂ ਆਦਿ ਦਾ ਲੰਗਰ ਤਿਆਰ ਕੀਤਾ ਜਾਂਦਾ। ਕਈ ਵਾਰ ਲੰਗਰ ਛਕਾਉਣ ਵਾਲੇ ਸੇਵਕ ਪਰਿਵਾਰਾਂ ਦੀ ਗਿਣਤੀ ਵੱਧ ਜਾਂਦੀ ਤਾਂ 2-3 ਘਰਾਂ ਨੇ ਮਿਲ ਕੇ ਸਾਂਝੇ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਹੀ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਛਕਾਉਣਾ ਕਰਨਾ। ਜਦੋਂ ਸਾਰਾ ਜਥਾ ਲੰਗਰ ਵਾਲੇ ਘਰ ਨੂੰ ਜਾਂਦਾ ਤਾਂ ਗਲੀਆਂ ਵਿੱਚ ਦੀ ਉੱਚੀ ਆਵਾਜ਼ ਵਿੱਚ ਗੁਰਬਾਣੀ ਦੇ ਸ਼ਬਦ ਜਥੇ ਦੇ ਸਿੰਘ ਅਤੇ ਪਿੰਡ ਦੀ ਸੰਗਤ ਰਲ ਕੇ ਪੜ੍ਹਦੇ। ਇਸ ਸਮੇਂ ਦਾ ਵੀ ਇੱਕ ਅਨੋਖਾ ਹੀ ਆਨੰਦ ਹੋਇਆ ਕਰਦਾ ਸੀ। ਇਸ ਵਾਰ ਜਦੋਂ ਸਮੁੱਚਾ ਜਥਾ ਲੰਗਰ ਛਕਣ ਲਈ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ ਪਹੁੰਚਿਆ ਤਾਂ ਸਾਰੇ ਸਿੰਘਾਂ ਦੇ ਲੰਗਰ ਛਕਣ ਉਪਰੰਤ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਤੁਹਾਡੇ ਕਿੰਨੇ ਭੁਜੰਗੀ ਹਨ। ਤਾਂ ਉਹਨਾਂ ਨੇ ਆਖਿਆ ਕਿ ਸਤਿਗੁਰੂ ਜੀ ਦੀ ਕਿਰਪਾ ਨਾਲ 7 ਭੁਜੰਗੀ ਹਨ। ਤਾਂ ਮਹਾਂਪੁਰਖਾਂ ਨੇ ਕਿਹਾ ਕਿ ਭਾਈ 1 ਭੁਜੰਗੀ ਸਾਨੂੰ ਦੇ ਦਿਓ, ਅਸੀਂ ਉਸ ਨੂੰ ਜਥੇ ਵਿੱਚ ਰੱਖ ਕੇ ਗੁਰਮਤਿ ਦੀ ਵਿੱਦਿਆ ਸਿਖਾਵਾਂਗੇ। ਉਸ ਦਿਨ ਘਰ ਵਿੱਚ ਜਥੇ ਦੇ ਸਿੰਘਾਂ ਦਾ ਲੰਗਰ ਭੰਡਾਰਾ ਹੋਣ ਕਰਕੇ ਬਾਬਾ ਜੀ ਦੇ ਸਾਰੇ ਪੁੱਤਰ ਘਰ ਵਿੱਚ ਹੀ ਸਨ ਅਤੇ ਥਾਂ-ਥਾਂ ਸੇਵਾ ਵਿੱਚ ਲੱਗੇ ਹੋਏ ਸਨ। ਮਹਾਂਪੁਰਖਾਂ ਦਾ ਬਚਨ ਸੁਣਦਿਆਂ ਹੀ ਬਾਬਾ ਜੀ ਨੇ ਆਪਣੇ ਸਾਰੇ ਪੁੱਤਰਾਂ ਨੂੰ ਮਹਾਂਪੁਰਖਾਂ ਦੇ ਕੋਲ ਬੁਲਾਇਆ ਅਤੇ ਹੱਥ ਜੋੜ ਕੇ ਸੰਤਾਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਜਿਸ ਨੂੰ ਵੀ ਚਾਹੋ ਉਸ ਨੂੰ ਆਪਣੇ ਜਥੇ ਵਿੱਚ ਸ਼ਾਮਿਲ ਕਰ ਲਵੋ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਬਹੁਤ ਹੀ ਗੰਭੀਰਤਾ ਨਾਲ ਬਾਬਾ ਜੀ ਦੇ ਸਾਰੇ ਹੀ ਪੁੱਤਰਾਂ ਵੱਲ ਤੱਕਿਆ ਅਤੇ ਅਖੀਰ ਵਿੱਚ ਸਭ ਤੋਂ ਛੋਟੀ ਉਮਰ ਦੇ ਭੁਜੰਗੀ ਜਰਨੈਲ ਸਿੰਘ ਉੱਪਰ ਆ ਕੇ ਉਹਨਾਂ ਦੀ ਨਜ਼ਰ ਰੁਕ ਗਈ। ਉਹਨਾਂ ਨੇ ਕਿਹਾ ਕਿ ਆਪ ਭੁਜੰਗੀ ਜਥੇ ਦੀ ਸੇਵਾ ਵਿੱਚ ਦੇ ਦੇਵੋ। ਉਸੇ ਦਿਨ ਹੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਅੰਤਰ ਦ੍ਰਿਸ਼ਟੀ ਨਾਲ ਦੇਖ ਲਿਆ ਸੀ ਕਿ ਅਨਮੋਲ ਹੀਰਾ ਸਿੱਖ ਪੰਥ ਦੀ ਸੇਵਾ ਕਰੇਗਾ,
ਪਰ ਪਰਿਵਾਰ ਸਮੇਤ ਆਮ ਸੰਗਤਾਂ ਨੂੰ ਨਹੀਂ ਪਤਾ ਸੀ ਕਿ ਇਹੀ ਭਾਈ ਜਰਨੈਲ ਸਿੰਘ ਸਿੱਖ ਕੌਮ ਦੀ ਬੇਮਿਸਾਲ ਸੇਵਾ ਕਰੇਗਾ। ਤੇ ਉਧਰ ਬਾਬਾ ਜੋਗਿੰਦਰ ਸਿੰਘ ਜੀ ਨੇ ਸੱਤ ਵਚਨ ਕਹਿ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਇਸ ਨੂੰ ਅਸੀਂ ਜਲਦੀ ਹੀ ਜਥੇ ਵਿੱਚ ਛੱਡ ਆਵਾਂਗੇ, ਕਿਉਂਕਿ ਇਸੇ ਸਾਲ ਅਸੀਂ ਆਪਣੀ ਪੁੱਤਰੀ ਬੀਬੀ ਇੰਦਰਜੀਤ ਕੌਰ ਦਾ ਵਿਆਹ ਰੱਖਿਆ ਹੋਇਆ ਹੈ। ਵਿਆਹ ਉਪਰੰਤ ਭਾਈ ਜਰਨੈਲ ਸਿੰਘ ਆਪ ਜੀ ਪਾਸ ਆ ਜਾਵੇਗਾ। ਬੀਬੀ ਇੰਦਰਜੀਤ ਕੌਰ ਦਾ ਵਿਆਹ ਪਿੰਡ ਕੋਕਰੀ ਫੂਲਾ ਸਿੰਘ ਦੇ ਸਰਦਾਰ ਅਮਰਜੀਤ ਸਿੰਘ ਨਾਲ ਹੋਇਆ। ਵਿਆਹ ਤੋਂ ਬਾਅਦ ਉਸੇ ਸਾਲ ਹੀ ਭਾਈ ਜਰਨੈਲ ਸਿੰਘ ਦਮਦਮੀ ਟਕਸਾਲ ਦੇ ਜਥੇ ਵਿੱਚ ਸ਼ਾਮਿਲ ਹੋ ਗਏ। ਉਸ ਸਮੇਂ ਭਿੰਡਰਾਂਵਾਲੀ ਟਕਸਾਲ ਦਾ ਜਥਾ ਕਥਾ ਪ੍ਰਚਾਰ ਲਈ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਪਾਤਸ਼ਾਹੀ ਨੌਵੀਂ, ਜੋ ਕਿ ਜੀਰਕਪੁਰ ਰਾਜਪੁਰਾ ਰੋਡ ਤੇ ਜੀਰਕਪੁਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਵਿਖੇ ਠਹਿਰਿਆ ਹੋਇਆ ਸੀ। ਇੱਥੇ ਪਹੁੰਚ ਕੇ ਭਾਈ ਜਰਨੈਲ ਸਿੰਘ ਨੇ ਸੰਤਾਂ ਮਹਾਂਪੁਰਖਾਂ ਨੂੰ ਮਿਲ ਕੇ ਨਮਸਕਾਰ ਕੀਤੀ, ਫਤਿਹ ਬੁਲਾਈ। ਮਹਾਂਪੁਰਖਾਂ ਨੇ ਰਾਜੀ ਖੁਸ਼ੀ ਪੁੱਛਣ ਉਪਰੰਤ ਉਸੇ ਦਿਨ ਤੋਂ ਹੀ ਗੁਰਬਾਣੀ ਦੀ ਸੰਥਿਆ ਪੜ੍ਹਾਉਣ ਲਈ ਭਾਈ ਕਰਤਾਰ ਸਿੰਘ ਪ੍ਰੇਮੀ ਜੀ ਦੀ ਡਿਊਟੀ ਲਗਾਈ। ਤੇ ਇੱਥੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਭਾਈ ਕਰਤਾਰ ਸਿੰਘ ਜੀ ਪ੍ਰੇਮੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਟਕਸਾਲ ਦੇ ਮੁਖੀ ਨਹੀਂ ਸਨ। ਇਹਨਾਂ ਨੂੰ ਮਹਾਂਪੁਰਖ ਪ੍ਰੇਮੀ ਕਰਕੇ ਯਾਦ ਕਰਿਆ ਕਰਦੇ ਸਨ ਤੇ ਇਹਨਾਂ ਦੀ ਡਿਊਟੀ ਭੁਜੰਗੀ ਨੂੰ ਗੁਰਮਤਿ ਵਿੱਦਿਆ ਪੜ੍ਹਾਉਣ ਲਈ ਲਾਈ। ਇਸ ਤਰ੍ਹਾਂ ਉਸੇ ਦਿਨ ਤੋਂ ਹੀ ਉਹਨਾਂ ਦੀ ਗੁਰਬਾਣੀ ਦੀ ਸੰਥਿਆ ਆਰੰਭ ਕਰ ਦਿੱਤੀ ਗਈ। ਤੇ ਗੁਰਦੁਆਰਾ ਨਾਭਾ ਸਾਹਿਬ ਉਹੀ ਅਸਥਾਨ ਸੀ ਜਿੱਥੇ ਭਾਈ ਜੈਤਾ ਜੀ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਉਂਦਿਆਂ ਰਾਤ ਦੇ ਵਿਸ਼ਰਾਮ ਲਈ ਰੁਕੇ ਸਨ ਅਤੇ ਦੁਸ਼ਮਣਾਂ ਤੋਂ ਬਚਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਸਨ। ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਪੜਾਅ ਕੀਤਾ ਸੀ, ਜਦੋਂ ਉਸ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੂਬਾ ਸਰਹੰਦ ਦੇ ਜ਼ੁਲਮਾਂ ਨੂੰ ਖਤਮ ਕਰਨ ਦੀ ਸੇਵਾ ਲਾ ਕੇ ਪੰਜਾਬ ਭੇਜਿਆ ਸੀ। ਇਸੇ ਅਸਥਾਨ ਤੇ ਹੀ ਸਿੱਖਾਂ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰਨ ਦੀ ਵਿਉਂਤਬੰਦੀ ਬਣਾਈ ਸੀ। ਉਪਰੰਤ ਹੋਰ ਸਿੱਖ ਜਰਨੈਲਾਂ ਦੀ ਮਦਦ ਨਾਲ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਸੂਬਾ ਸਰਹੰਦ ਨੂੰ ਉਸ ਦੇ ਕੀਤੇ ਜ਼ੁਲਮਾਂ ਦੀ ਸਜ਼ਾ ਦੇਣ ਵਿੱਚ ਭਾਰੀ ਸਫਲਤਾ ਪ੍ਰਾਪਤ ਕੀਤੀ ਸੀ। ਇੱਕ ਕੁਦਰਤੀ ਸੰਜੋਗ ਸਮਝੋ ਕਿ ਉਸੇ ਹੀ ਅਸਥਾਨ ਤੇ ਸਿੱਖਾਂ ਦਾ ਇੱਕ ਹੋਰ ਜਰਨੈਲ ਆਉਣ ਵਾਲੇ ਸਮੇਂ ਵਿੱਚ ਪੰਥ ਦੀ ਸੇਵਾ ਹਿੱਤ ਤਿਆਰੀਆਂ ਦਾ ਮੁੱਢ ਬੰਨ੍ਹਣ ਲਈ ਕਲਗੀਧਰ ਵੱਲੋਂ ਚਲਾਈ ਗਈ ਸੰਸਥਾ ਦਮਦਮੀ ਟਕਸਾਲ ਦੀ ਸ਼ਰਨ ਵਿੱਚ 18 ਹਾੜ 1965 ਨੂੰ ਪਹੁੰਚਿਆ। ਉਸੇ ਦਿਨ ਸ਼ਾਮ ਨੂੰ 4 ਵਜੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਆਪ ਸੰਥਿਆ ਸੰਤਾਂ ਨੂੰ ਆਰੰਭ ਕਰਵਾਈ। ਤੇ ਇੱਕ ਦਿਨ ਇਸੇ ਹੀ ਅਸਥਾਨ ਤੇ ਇੱਕ ਦਿਨ ਸ਼ਾਮ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੁਝ ਸਿੰਘਾਂ ਸਮੇਤ ਪੈਦਲ ਹੀ ਗੁਰਦੁਆਰਾ ਲੋਹਗੜ੍ਹ ਦੇ ਦਰਸ਼ਨ ਕਰਨ ਲਈ, ਜੋ ਕਿ ਗੁਰਦੁਆਰਾ ਨਾਭਾ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ, ਉਸ ਸਮੇਂ ਭਾਈ ਜਰਨੈਲ ਸਿੰਘ ਵੀ ਗੁਰਦੁਆਰਾ ਲੋਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਲਈ ਮਹਾਂਪੁਰਖਾਂ ਨਾਲ ਜਾ ਰਹੇ ਸਨ। ਤਾਂ ਰਸਤੇ ਵਿੱਚ ਸੰਤਾਂ ਮਹਾਂਪੁਰਖਾਂ ਨੇ ਇਸ ਭੁਜੰਗੀ ਦੇ ਮੋਢੇ ਉੱਪਰ ਹੱਥ ਰੱਖ ਕੇ ਕਿਹਾ ਕਿ ਭੁਜੰਗੀਆ ਜਪਜੀ ਸਾਹਿਬ ਜੀ ਦਾ ਪਾਠ ਸੁਣਾ। ਭਾਈ ਜਰਨੈਲ ਸਿੰਘ ਜੀ ਨੇ ਉੱਚੀ ਬੋਲ ਕੇ ਤੁਰੇ ਜਾਂਦਿਆਂ ਜਪਜੀ ਸਾਹਿਬ ਜੀ ਦਾ ਪਾਠ ਸੁਣਾਇਆ ਤਾਂ ਮਹਾਂਪੁਰਖਾਂ ਨੇ ਕਿਹਾ ਕਿ ਇੱਕ ਪਾਠ ਹੋਰ ਜਲਦੀ ਸੁਣਾ, ਇੱਕ ਹੋਰ ਪਾਠ ਜਿੰਨੀ ਜਲਦੀ ਉਚਾਰ ਸਕਦੇ ਹਨ ਸੁਣਾ ਭਾਈ। ਇਸ ਤੋਂ ਬਾਅਦ ਮਹਾਂਪੁਰਖਾਂ ਨੇ ਕਿਹਾ ਵੀ ਭੁਜੰਗੀਆ ਇੱਕ ਹੋਰ ਪਾਠ ਸੁਣਾ, ਪਰ ਸਹਿਜੇ ਹੁਣ ਸੁਣਾ। ਫਿਰ ਭਾਈ ਜਰਨੈਲ ਸਿੰਘ ਨੇ ਜਪਜੀ ਸਾਹਿਬ ਜੀ ਦਾ ਇੱਕ ਹੋਰ ਪਾਠ ਬਹੁਤ ਹੀ ਮਧੁਰ ਲੈਅ ਦੇ ਵਿੱਚ ਸੁਣਾਇਆ। ਪਾਠ ਸੰਪੂਰਨ ਹੋਣ ਤੇ ਮਹਾਂਪੁਰਖ ਬਹੁਤ ਪ੍ਰਸੰਨ ਹੋਏ। ਇਸ ਉਪਰੰਤ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੈਦਲ ਹੀ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ ਵਿਖੇ ਵਾਪਸ ਪਹੁੰਚ ਗਏ। ਉਸੇ ਦਿਨ ਹੀ ਮਹਾਂਪੁਰਖਾਂ ਨੇ ਕਿਹਾ ਕਿ ਭਾਈ ਸਵੇਰੇ ਸ਼ਾਮ ਕਥਾ ਜ਼ਰੂਰ ਸੁਣਨੀ ਹੈ। ਬਾਣੀ ਦੀ ਸੰਥਿਆ ਪੜ੍ਹਨ ਦੇ ਨਾਲ ਵੱਧ ਤੋਂ ਵੱਧ ਲੰਗਰ ਬਣਾਉਣ, ਲੰਗਰ ਵਰਤਾਉਣ, ਬਰਤਨ ਸਾਫ਼ ਕਰਨ, ਦਰੀਆਂ ਝਾੜਨ ਦੀ ਸੇਵਾ ਵੀ ਕਰਨੀ ਹੈ। ਇਸ ਤਰ੍ਹਾਂ ਮਹਾਂਪੁਰਖਾਂ ਨੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਭਾਈ ਜਰਨੈਲ ਸਿੰਘ ਨੇ ਟਕਸਾਲ ਵਿਚਲੇ ਸਫ਼ਰ ਦੀ ਆਰੰਭਤਾ ਕੀਤੀ ਸੀ। ਸੰਤਾਂ ਨੇ ਭਾਈ ਕਰਤਾਰ ਸਿੰਘ ਪ੍ਰੇਮੀ ਜੀ ਤੋਂ ਭਾਈ ਜਰਨੈਲ ਸਿੰਘ ਦੀ ਸੰਥਿਆ ਆਰੰਭ ਕਰ ਦਿੱਤੀ ਅਤੇ ਨਿੱਤ ਪ੍ਰਤੀ ਕੀਤੀ ਹੋਏ ਸੰਥਿਆਂ ਨੂੰ ਪ੍ਰੇਮੀ ਜੀ ਆਪ ਸੁਣਦੇ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਈ ਕਰਤਾਰ ਸਿੰਘ ਪ੍ਰੇਮੀ ਬਹੁਤ ਹੀ ਹੋਣਹਾਰ ਉਸਤਾਦ ਸਨ। ਯਾਦ ਰਹੇ ਕਿ ਪ੍ਰੇਮੀ ਕਰਤਾਰ ਸਿੰਘ ਜੀ ਨੇ 17 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਜਥੇ ਵਿੱਚ ਪੜ੍ਹੀ ਸੀ ਅਤੇ ਫਿਰ ਬਹੁਤ ਲਗਨ ਦੇ ਨਾਲ ਉਹ ਵਿਦਿਆਰਥੀਆਂ ਨੂੰ ਸੰਥਿਆ ਪੜ੍ਹਾਉਣ ਲੱਗੇ। ਗੁਰਬਾਣੀ ਵਿਚਲੀਆਂ ਗੰਭੀਰ ਜਾਣਕਾਰੀਆਂ ਸਮਝਾਉਂਦੇ ਅਤੇ ਬਾਣੀ ਦੇ ਉਚਾਰਨ ਸਮੇਂ ਲਗਾ ਮਾਤਰਾ, ਵਿਸ਼ਰਾਮ, ਜਮਕੀ ਆਦਿ ਦਾ ਢੰਗ ਵੀ ਸਮਝਾਉਂਦੇ ਤਾਂ ਕਿ ਬਾਣੀ ਨੂੰ ਉਚਾਰਨਾ ਸਰਲ ਹੋ ਸਕੇ। ਇਸ ਤਰ੍ਹਾਂ ਭਾਈ ਜਰਨੈਲ ਸਿੰਘ ਨੇ ਬਹੁਤ ਲਗਨ ਅਤੇ ਮਿਹਨਤ ਦੇ ਨਾਲ ਭਾਈ ਪ੍ਰੇਮੀ ਹੋਰਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤ ਕੀਤੀ
ਅਤੇ ਪ੍ਰੇਮੀ ਜੀ ਦੇ ਕਹਿਣ ਤੇ ਦੁਬਾਰਾ ਫਿਰ ਸੰਪੂਰਨ ਸੰਥਿਆ ਲਈ ਪ੍ਰੇਮੀ ਜੀ ਨੇ ਸੁਭਾਵਿਕ ਹੀ ਕਿਹਾ ਕਿ ਭਾਈ ਜਰਨੈਲ ਸਿੰਘਾ, ਜੇਕਰ ਗੁਰਬਾਣੀ ਨੂੰ ਸਰਲ ਪੜ੍ਹਨਾ ਸਿੱਖਣਾ ਹੈ ਤਾਂ ਕੁਝ ਸਮੇਂ ਲਈ 1 ਮਹੀਨੇ ਵਿੱਚ ਗੁਰਬਾਣੀ ਦਾ ਸਹਿਜ ਪਾਠ ਕਰਿਆ ਕਰ, ਤਾਂ ਕਿ ਜਿੰਨੀ ਵੱਧ ਗੁਰਬਾਣੀ ਪੜ੍ਹੇਗਾ ਉਨੀ ਹੀ ਸਤਿਗੁਰੂ ਜੀ ਦੀ ਵੱਧ ਕਿਰਪਾ ਹੋਵੇਗੀ ਅਤੇ ਬਾਣੀ ਦਾ ਉਚਾਰਨ ਸਰਲ ਹੋ ਜਾਵੇਗਾ। ਆਪਣੇ ਉਸਤਾਦ ਭਾਈ ਕਰਤਾਰ ਸਿੰਘ ਪ੍ਰੇਮੀ ਜੀ ਤੋਂ ਇਹ ਬਚਨ ਸੁਣ ਕੇ ਭਾਈ ਜਰਨੈਲ ਸਿੰਘ ਨੇ ਹਰ ਮਹੀਨੇ ਇੱਕ ਸਹਿਜ ਪਾਠ ਕਰਨ ਦਾ ਨਿਯਮ ਬਣਾ ਲਿਆ। ਭਾਈ ਕਰਤਾਰ ਸਿੰਘ ਜੀ ਪ੍ਰੇਮੀ ਕਈ ਵਾਰ ਸੰਤ ਮਹਾਂਪੁਰਖਾਂ ਨੂੰ ਭਾਈ ਜਰਨੈਲ ਸਿੰਘ ਬਾਰੇ ਦੱਸਦੇ ਕਿ ਇਹ ਭੁਜੰਗੀ ਬਹੁਤ ਲਗਨ ਦੇ ਨਾਲ ਪੜ੍ਹਦਾ ਹੈ ਅਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਇਸ ਦਾ ਉਚਾਰਨ ਵੀ ਬਹੁਤ ਹੀ ਸ਼ੁੱਧ ਹੈ। ਪ੍ਰੇਮੀ ਜੀ ਤੋਂ ਇਹ ਬਚਨ ਸੁਣ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਾਈ ਜਰਨੈਲ ਸਿੰਘ ਨੂੰ ਪਿਆਰ ਨਾਲ ਕਹਿੰਦੇ ਕਿ ਭੁਜੰਗੀਆ, ਹਲੇ ਬਹੁਤ ਮਿਹਨਤ ਕਰਨੀ ਹੈ ਅਤੇ ਪੂਰੀ ਲਗਨ ਨਾਲ ਪ੍ਰੇਮੀ ਜੀ ਪਾਸੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਨਾਨਕ ਪ੍ਰਕਾਸ਼ ਗ੍ਰੰਥ ਅਤੇ ਕੁਝ ਹੋਰ ਗ੍ਰੰਥਾਂ ਦੀ ਵਿੱਦਿਆ ਵੀ ਪ੍ਰਾਪਤ ਕਰਨੀ ਹੈ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਜੀ, ਬਾਕੀ ਦੇ ਭਾਗ ਅਗਲੀ ਵੀਡੀਓਜ਼ ਦੇ ਵਿੱਚ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।